D4 न्यूज़ देख रहे तमाम दोस्तों को दीपक भंडारी का नमस्कार। आज हम पहुंचे हैं होलसेल दवाओं की मार्केट कटरा शेर सिंह में। आपको बता दें कि कोरोना के बाद ब्लैक फंगस ने पैर पसार लिए हैं। कोरोना के बाद ब्लैक फंगस भी लोगों को अपनी चपेट में लेने लगा है। ये उन लोगों को अपना शिकार बना रहा है जिनकी इम्यूनिटी कम है, यानी बीमारियों से लड़ने की क्षमता कम है। इसके लिए जो प्रयोग होने वाला इंजेक्शन है एफोटेरिसिन बी, ये बाज़ार से गायब होने लगा है। ये बाज़ार से गायब हो चुका है। लोग इस इंजेक्शन को हासिल करने के लिए मारे मारे फिर रहे हैं। आपको याद होगा कि पहले हमने रेमडेसिविर के गायब होने को लेकर भी मामला प्रमुखता से उठाया था, जिसे बाद में प्रशासन ने इस पर संज्ञान लिया और इसकी जो है सप्लाई सुचारू हो गई। अब हम बात करेंगे कि आखिरकार ये जो एफोटेरिसिन बी का इंजेक्शन है आखिरकार बाज़ार से क्यों गायब हो गया है। एक तरफ ब्लैक फंगस के मरीज़ सामने आने लगे हैं जिनके लिए ये इंजेक्शन वरदान साबित हो सकता है। हम बात करेंगे एसोसिएशन के कुछ पदाधिकारियों के साथ इस बारे में उनका क्या कहना है। हमारे साथ हैं अमृतसर कैंसर एसोसिएशन के जो चेयरमैन हैं अनूप बिट्टा। इनसे बात करते हैं कि आखिरकार एफोटेरिसिन बी इंजेक्शन है उसके गायब होने की वजह क्या है। अनूप जी नमस्कार। नमस्कार जी। अनूप जी देखो, पहले कोरोना आंदा है, रेमडेसिविर गायब हो जाता है, टोसिलीजुमैब नहीं मिलता। हुण एक नवी बीमारी आ गई है ब्लैक फंगस। इनू लैके जो इंजेक्शन यूज़ होंदा है एफोटेरिसिन बी, ये बाजार च नहीं मिल रहा। इसका रीज़न क्या है? सर रीजन ਇੱਕੋ ਹੀ ਹੈ, ਡਿਮਾਂਡ ਇੱਕੋ ਦਮ ਵਧੀ ਹੈ ਤੇ ਕੰਪਨੀਆਂ ਕੋਲੋਂ ਪਹਿਲਾਂ ਕੰਪਨੀਆਂ 500-700 ਹਜ਼ਾਰ ਇੰਜੈਕਸ਼ਨ ਬਣਾਉਂਦੀ ਹੈ, ਉਹ ਸਾਲ 6 ਮਹੀਨੇ 'ਚ ਵਿਕਦਾ। ਹੁਣ ਉਹਨਾਂ ਨੂੰ ਰੋਜ਼ ਦੀ ਡਿਮਾਂਡ 1000 ਟੀਕੇ ਦੀ ਹੈ। ਨੈਚੁਰਲੀ ਉਹਨਾਂ ਨੂੰ ਟਾਈਮ ਲੱਗੇਗਾ ਬਣਾਉਂਦੇ ਆ। ਮੇਰੇ ਹਿਸਾਬ ਨਾਲ 15 ਹਫ਼ਤੇ 10 ਦਿਨਾਂ 'ਚ ਸਾਰੀ ਡਿਮਾਂਡ ਪੂਰੀ ਕਰ ਦੇਗੀ ਸਾਡੀ ਹਿੰਦੁਸਤਾਨ ਦੀ ਸਰਕਾਰ ਤੇ ਆਰਾਮ ਨਾਲ ਇਹ ਟੀਕਾ ਮਿਲੇਗਾ, ਕੋਈ ਐਡੀ ਗੱਲ ਨਹੀਂ। ਤੁਹਾਡੀ ਐਸੋਸੀਏਸ਼ਨ ਵੱਲੋਂ ਕੁਝ ਅਥਾਰਟੀਜ਼ ਨੂੰ ਇਹਦੇ ਬਾਰੇ ਦੱਸਿਆ ਗਿਆ ਵੀ ਇੰਜੈਕਸ਼ਨ ਲੈਣ ਲੋਕ ਆ ਰਹੇ ਹਨ ਪਰ ਉਹਨਾਂ ਨੂੰ ਮਿਲ ਨਹੀਂ ਰਿਹਾ? ਨਹੀਂ, ਉਹ ਦੇਖੋ ਜੀ ਅਥਾਰਟੀ ਨੂੰ ਪਤਾ ਹੀ ਹੈ ਜਦੋਂ ਨਰਸਿੰਗ ਹੋਮ 'ਚ ਡਿਮਾਂਡ ਆਣੀ ਹੈ ਉਹਨਾਂ ਨਿਕਲਣੀ, ਡਿਮਾਂਡ ਉਹਨਾਂ ਦੀ ਪੂਰੀ ਨਹੀਂ ਹੋਣੀ। ਵੈਸੇ ਸਾਡੀ ਐਸੋਸੀਏਸ਼ਨ ਦੇ ਵਿੱਚ ਜਿਹੜੇ ਪ੍ਰਧਾਨ ਨੇ ਰੇਸ ਹੋਈ ਹੋਣੀ, ਪੂਰੀ ਕੋਸ਼ਿਸ਼ ਕਰ ਰਹੇ ਕਿ ਕੰਪਨੀਆਂ ਨੂੰ ਲੈਟਰ ਦੁੱਗਲ ਸਾਹਿਬ ਵੀ ਲਿਖਦੇ ਪਏ ਜਿਹੜੇ ਪੰਜਾਬ ਦੇ ਪ੍ਰਧਾਨ ਕਿ ਵੀ ਇਹਦੀ ਡਿਮਾਂਡ ਜਲਦੀ ਤੋਂ ਜਲਦੀ पूरी की जाए तो ਜਿਹੜਾ पेशेंट है उन्हें परेशानी ना हो। हमारे साथ हैं डिस्ट्रिक्ट केमिस्ट एसोसिएशन के अध्यक्ष विशाल देवराज। आपको बता दें कि ये स्टॉकिस्ट भी हैं एफोटेरिसिन बी के। इनसे बात करते हैं कि आखिरकार ये इंजेक्शन जो है बाज़ार से क्यों गायब हो गया है। विशाल जी, पहले रेमडेसिविर ਨੂੰ ਲੈ ਕੇ ਚੱਲਿਆ ਸੀ, ਫਿਰ ਟੋਸਿਲੀਜ਼ੁਮੈਬ ਨੂੰ रेमडेसिविर ਨੂੰ ਲੈ ਕੇ ਤੁਸੀਂ ਵੀ ਕਾਫੀ ਕੰਮ ਕੀਤਾ। ਹੁਣ एफोटेरिसिन बी ਜਿਹੜਾ ਇੰਜੈਕਸ਼ਨ ਹੈ ਗਾਇਬ ਹੋ ਗਿਆ ਬਾਜ਼ਾਰ ਚੋਂ, ਇਹਦਾ ਕੀ ਰੀਜ਼ਨ ਹੈ? ਭੰਡਾਰੀ ਸਾਹਿਬ, ਪਹਿਲੇ ਤਾਂ ਮੈਂ ਇੱਕ ਗੱਲ ਤੁਹਾਡੀ ਕੱਟਾਂਗਾ ਕਿ ਇਹ ਰੈਮਡੇਸਿਵਰ ਇੰਜੈਕਸ਼ਨ ਵਕਨ ਨਹੀਂ ਹੈਗਾ ਕਿ ਬਾਜ਼ਾਰ ਚੋਂ ਗਾਇਬ ਹੋ ਗਿਆ। ਇਹਦੀ ਪਹਿਲੇ ਹੀ ਅਵੇਲੇਬਿਲਟੀ ਨਹੀਂ ਸੀ। ਰੈਮਡੇਸਿਵਰ ਦੇ ਵਿੱਚ ਤਾਂ ਇਸ ਤਰ੍ਹਾਂ ਪ੍ਰੋਸੈਸ ਹੈਗਾ ਸੀ ਕਿ ਉਹ ਇੱਥੇ ਮਾਰਕੀਟ 'ਚ ਅਵੇਲੇਬਲ ਸੀ। ਚਲੋ ਅਸੀਂ ਤੁਹਾਨੂੰ ਵੀ ਕਿਹਾ, ਡਰੱਗ ਅਥਾਰਟੀ ਨੂੰ ਵੀ ਕਿਹਾ, ਸਾਰੇ ਜਣੇ ਸਾਰੀ ਐਸਏ ਨੇ ਇਕੱਠੇ ਰਲ ਕੇ ਕੰਮ ਕੀਤਾ। ਜਿਨ੍ਹਾਂ ਲੋਕਾਂ ਨੇ ਇੱਥੇ ਹੋਰਡਿੰਗ ਕੀਤੀ ਹੋਈ ਸੀ ਉਹਨਾਂ ਨੇ ਵਿਦਿਨ 4-5 ਆਰ ਜਦੋਂ ਇੰਟਰਵਿਨ ਸਭ ਕੁਝ ਹੋਇਆ ਤੇ ਉਹ ਸਾਰਾ ਇੰਜੈਕਸ਼ਨ ਜਿਹੜਾ 20-25 ਦਿਨ ਤੋਂ ਜਿਹੜੀ ਸ਼ਾਰਟੇਜ ਚੱਲਦੀ ਪਈ ਸੀ ਉਹ ਅਵੇਲੇਬਿਲਟੀ ਹੋ ਗਈ ਸੀ। ਉਹ ਕ੍ਰੈਡਿਟ ਸਾਰਾ D4U ਨੂੰ ਜਾਂਦਾ ਕਿਉਂਕਿ ਬ੍ਰੇਕ ਕੀਤੀ। ਦੇਖੋ, ਅਸੀਂ ਤਾਂ D4U ਨੂੰ, ਨਿਊਜ਼ ਨੂੰ, ਪਲੱਸ ਡਰੱਗ ਡਿਪਾਰਟਮੈਂਟ ਨੂੰ ਤੇ ਸਾਡੀ ਐਸੋਸੀਏਸ਼ਨ ਨੂੰ ਵੀ ਇਹੀ ਕਹਾਂਗੇ ਕਿ ਇਹ ਹਾਈਲਾਈਟ ਕੀਤਾ ਮੁੱਦਾ ਤੇ ਸਾਰੇ ਸ਼ਹਿਰ ਨੂੰ ਰੈਮਡੇਸਿਵਰ ਜਿਹੜਾ ਪਹਿਲੇ ਉਹ ਬਲੈਕ ਤੇ ਮਿਲ ਰਿਹਾ ਸੀ ਔਰ ਉਹ ਸਾਰੇ ਐਪੀਸੋਡ ਤੋਂ ਬਾਅਦ ਫਿਰ ਉਹਨਾਂ ਨੂੰ MRP ਤੇ ਹਸਪੀਟਲ ਪ੍ਰਾਈਸ ਤੇ ਹੀ ਉੱਥੇ ਹੀ ਮਿਲਣ ਲੱਗ ਪਿਆ। ਜਿਹੜੀ ਐਫੋਟੇਰਿਸਿਨ ਦੀ ਗੱਲ ਹੈ, ਜਿੱਥੋਂ ਤੱਕ ਐਫੋਟੇਰਿਸਿਨ ਇੰਜੈਕਸ਼ਨ ਦੀ ਗੱਲ ਹੈ, ਇਹ ਆਲਰੇਡੀ ਇੰਜੈਕਸ਼ਨ ਜਿਹੜਾ ਨਾ ਮਾਰਕੀਟ ਦੇ ਵਿੱਚ ਇਸ ਵੇਲੇ ਕਿਸੇ ਕੋਲ ਨਹੀਂ ਹੈਗਾ। ਡਾਕਟਰ ਪ੍ਰਸਕ੍ਰਾਈਬ ਕਰਦੇ ਪਏ ਆ ਬਲੈਕ ਫੰਗਸ ਦੇ ਵਿੱਚ। ਜ਼ਿਆਦਾਤਰ ਬਲੈਕ ਫੰਗਸ ਦੇ ਕੇਸ ਅੰਮ੍ਰਿਤਸਰ ਦੇ ਵਿੱਚ ਵੀ 8-10 ਕੇਸ ਆਏ ਆ। ਮਹਾਰਾਸ਼ਟਰਾ, MP, ਰਾਜਸਥਾਨ ਉੱਧਰ ਤਾਂ ਕੇਸ ਹੈ ਹੀ ਹੈ ਬਲੈਕ ਫੰਗਸ ਦੇ। ਔਰ ਇਹਦੀ ਜਿਹੜੀ ਡੋਜ਼ ਹੈ, ਡੋਜ਼ ਵੀ ਬਹੁਤ ਜ਼ਿਆਦਾ ਯੂਜ਼ ਹੋ ਰਹੀ ਹੈ ਅਤੇ ਡਿਮਾਂਡ, ਕਿਉਂਕਿ ਪ੍ਰੋਡਕਟ ਤਾਂ 15 ਸਾਲ ਪੁਰਾਣਾ ਹੈ, 2004-05 ਦਾ ਪ੍ਰੋਡਕਟ ਹੈ ਇੰਡੀਅਨ ਮਾਰਕੀਟ ਦੇ ਵਿੱਚ। ਲੇਕਿਨ ਕਿਉਂਕਿ ਇਹਦੀ ਡਿਮਾਂਡ ਕੋਈ ਬਹੁਤ ਜ਼ਿਆਦਾ ਨਹੀਂ ਸੀ, ਡਾਕਟਰ ਕੋਈ ਇਹਨੂੰ ਪ੍ਰਸਕ੍ਰਾਈਬ ਨਹੀਂ ਕਰਦੇ ਸੀ। ਹੁਣ ਇੱਕਦਮ ਮੈਨੂੰ ਪ੍ਰਸਕ੍ਰਾਈਬ ਕਰਨ ਲੱਗ ਪਿਆ। ਤੇ ਵਿਸ਼ਾਲ ਜੀ, ਇਹ ਦੱਸੋਗੇ ਵੀ ਇਹਦੀ ਜਿਹੜੀ ਜਦੋਂ 15 ਸਾਲ ਪਹਿਲੇ ਮਾਰਕੀਟ 'ਚ ਆਇਆ ਸੀਗਾ, ਇਹ ਖਾਸ ਕਰ ਬਲੈਕ ਫੰਗਸ ਵਾਸਤੇ ਸੀਗਾ ਜਾਂ ਇਹਦੀ ਯੂਜ਼ ਕਿਸੇ ਹੋਰ ਚੀਜ਼ ਵਾਸਤੇ ਹੁੰਦੀ ਸੀ ਪਹਿਲੇ? ਬੇਸਿਕਲੀ ਤਾਂ ਇਹ ਲੰਗਸ ਵਾਸਤੇ ਯੂਜ਼ ਹੁੰਦਾ ਅਤੇ ਉਹਦੇ ਵਿੱਚ ਇਹਦਾ ਫੰਕਸ਼ਨ ਹੁੰਦਾ ਜ਼ਿਆਦਾਤਰ। ਅਤੇ ਹੁਣ ਕਿਉਂਕਿ ਤੁਹਾਨੂੰ ਪਤਾ ਕਰੋਨਾ ਦੇ ਟਾਈਮ ਦੇ ਵਿੱਚ ਸਾਲ 1.5 ਸਾਲ ਦੇ ਅੰਦਰ ਕਿੰਨੀਆਂ ਮੈਡੀਸਿਨ ਹੈ ਜਿਹੜੀ ਐਜ਼ ਏ ਐਕਸਪੈਰੀਮੈਂਟ ਹੀ ਕਹਾਂਗੇ ਯੂਜ਼ ਕੀਤੀਆਂ ਜਾ ਰਹੀਆਂ ਡਿਜ਼ੀਜ਼ ਨੂੰ ਠੀਕ ਕਰਨ ਲਈ। ਕੁਝ ਮੈਡੀਸਿਨ ਕਾਰਗਰ ਸਾਬਤ ਹੋ ਰਹੀਆਂ, ਕੁਝ ਕਾਰਗਰ ਨਹੀਂ ਸਾਬਤ ਹੋ ਰਹੀਆਂ। ਅੱਛਾ, ਤੁਸੀਂ ਵੀ ਇਹਦੇ ਸਟਾਕਿਸਟ ਹੋ, ਤੁਹਾਨੂੰ ਕਿੰਨੀ ਦੇਰ ਤੋਂ ਇਹਦੀ ਐਫੋਟੇਰਿਸਿਨ ਦੀ ਸਪਲਾਈ ਨਹੀਂ ਆ ਰਹੀ? ਇਹਦੀ ਸਪਲਾਈ ਦੀ ਜੇ ਗੱਲ ਕਰੀਏ, ਇਹਦੀ ਡਿਮਾਂਡ ਹੀ ਨਹੀਂ ਸੀ ਕੋਈ ਬਹੁਤ ਜ਼ਿਆਦਾ। ਅੱਜ ਤੋਂ 10-15 ਦਿਨ ਪਹਿਲੇ ਅਸੀਂ ਦੇਖੀ ਤਾਂ ਇਹਦੀ ਕੋਈ ਬਹੁਤ ਜ਼ਿਆਦਾ ਡਿਮਾਂਡ ਹੀ ਨਹੀਂ ਸੀ। ਹੁਣ ਅਸੀਂ ਆਰਡਰ ਜੇ ਪਾਉਂਦੇ ਵੀ ਹਾਂ ਕੰਪਨੀਆਂ ਨੂੰ, ਅਤੇ ਕਿਉਂਕਿ ਉਹਨਾਂ ਕੋਲ ਵੀ ਲਿਮਿਟਿਡ ਰॉ ਮਟੀਰੀਅਲ, ਲਿਮਿਟਿਡ ਸਭ ਕੁਝ ਸੀ ਅਤੇ ਉਹਨਾਂ ਕੋਲ ਵੀ ਇਹ ਡਿਮਾਂਡ ਨੂੰ ਕੇਟਰ ਕਰਨਾ ਜਿਹੜਾ ਮੁਸ਼ਕਿਲ ਹੋ ਰਿਹਾ। ਅਸੀਂ ਗੱਲ ਕਰੀਏ ਵੀ ਪਹਿਲੇ ਜਿਹੜੀ ਐਫੋਟੇਰਿਸਿਨ ਇੰਜੈਕਸ਼ਨ ਸੀਗਾ, ਪਹਿਲੇ ਇਹਦੀ ਡਿਮਾਂਡ ਕਿੰਨੀ ਸੀ ਬਿਫੋਰ ਜਦੋਂ ਬਲੈਕ ਫੰਗਸ ਆਉਣ ਤੋਂ ਪਹਿਲੇ?
ਤੇ ਹੁਣ ਅੱਜ ਕੱਲ੍ਹ ਡਿਮਾਂਡ ਕਿੰਨੀ ਹੋ ਗਈ ਹੈ? ਸਰ ਮੇਰੀ ਖਿਆਲ ਹੈ 5 ਤੋਂ 10% ਹੋਏਗੀ ਬਸ, ਜਿੰਨੀ ਇਸ ਵੇਲੇ ਹੈਗੀ ਹੈ। ਨਹੀਂ, ਪਹਿਲੇ ਜੇ ਅਸੀਂ ਗੱਲ ਕਰੀਏ ਮਹੀਨੇ ਦੇ 100 ਇੰਜੈਕਸ਼ਨ ਜਾਂਦੇ ਸੀ। ਮਤਲਬ ਬਹੁਤ ਘੱਟ, ਮੇਰੇ ਖਿਆਲ 15-20 ਇੰਜੈਕਸ਼ਨ ਸ਼ਾਇਦ। ਕੁਛ ਇੱਕ ਸਟਾਕਿਸਟ ਹੋਣਗੇ ਸਾਡੇ ਇੱਥੇ ਜਿਹੜੇ ਰੈਗੂਲਰ ਡੀਲ ਕਰ ਲੈਣਗੇ, ਲੇਕਿਨ ਜੇ ਅੱਜ ਦੀ ਵੀ ਡਿਮਾਂਡ ਨੂੰ ਕਹੀਏ ਤਾਂ ਉਹਨਾਂ ਦੀ ਡਿਮਾਂਡ ਪਹਿਲੇ ਨਾਲੋਂ 10% ਦਾ ਫਰਕ ਹੋਏਗਾ। ਮਤਲਬ 10% ਪਹਿਲੇ ਡਿਮਾਂਡ ਹੋਏਗੀ, ਅੱਜ ਉਹ 10 ਦੇ ਬਦਲੇ 100 ਇੰਜੈਕਸ਼ਨ ਹੋ ਗਈ ਹੋਏਗੀ। 100 ਹੀ ਮੈਂ ਘੱਟ ਕਹਿ ਰਿਹਾ ਹਾਂ। ਟੋਸਲੀਜ਼ੁਮੈਬ ਜਿਹੜਾ ਇੰਜੈਕਸ਼ਨ ਉਹ ਵੀ ਬਾਜ਼ਾਰ ਚੋਂ ਗਾਇਬ ਹੈ, ਉਹਦੇ ਲਈ ਕਿਆ ਪਹਿਲੇ ਹੀ ਨਹੀਂ ਸੀ ਮਿਲਦਾ ਜਾਂ ਹੁਣ ਉਹਦੀ ਡਿਮਾਂਡ ਵੱਧ ਗਈ ਹੈ? ਦੇਖੋ ਜਿਹੜਾ ਟੋਕਲੀਜ਼ੁਮੈਬ ਇੰਜੈਕਸ਼ਨ ਹੈ ਜਾਂ ਸਨ ਫਾਰਮਾ ਦਾ ਇਟੋਲੀਜ਼ਾਈਡ ਆਉਂਦਾ ਇੰਜੈਕਸ਼ਨ, ਇਟੋਲੀਜ਼ੈਕ ਕਰਕੇ ਆਉਂਦਾ, ਜਿਹੜਾ ਸਨ ਤੇ ਸਿਪਲਾ ਸੇਮ ਡੈਰੀਵੇਟਿਵ ਹੈ, ਜਿਹੜਾ ਉਹ ਇੰਜੈਕਸ਼ਨ ਹੈਗਾ, ਉਹ ਇੰਜੈਕਸ਼ਨ ਆਲਰੇਡੀ ਉਹਦੀ ਵੀ ਡਿਮਾਂਡ ਬਹੁਤ ਘੱਟ ਸੀ। ਹੁਣ ਗਵਰਨਮੈਂਟ ਨੇ ਉਹ ਇੰਜੈਕਸ਼ਨਾਂ ਲੈ ਕੇ ਨੋਟੀਫਿਕੇਸ਼ਨ ਇਸ਼ੂ ਕੀਤੀ ਹੈ, ਜਿਹੜੇ ਡਾਇਰੈਕਟ ਸਪਲਾਈਜ਼ ਉਹਨਾਂ ਨੇ ਕੀਤੀਆਂ ਗਵਰਨਮੈਂਟ ਹਸਪੀਟਲ ਦੇ ਵਿੱਚ। ਮਤਲਬ ਜੋ ਸਾਨੂੰ ਪਤਾ ਲੱਗਿਆ ਕਿ ਗਵਰਨਮੈਂਟ ਹਸਪੀਟਲ ਦੇ ਵਿੱਚ ਉਹ ਇੰਜੈਕਸ਼ਨ ਆਏ ਆ, ਜਿਵੇਂ ਅੰਮ੍ਰਿਤਸਰ ਦੇ ਵਿੱਚ ਗੁਰੂ ਨਾਨਕ ਹਸਪੀਟਲ 'ਚ, ਲੁਧਿਆਣੇ 'ਚ CMC DMC ਦੇ ਵਿੱਚ ਉਹ ਇੰਜੈਕਸ਼ਨਸ ਆਏ ਆ। ਲੇਕਿਨ ਸਾਡੀ ਗਵਰਨਮੈਂਟ ਨੂੰ ਜ਼ਰੂਰ ਇੱਕ ਡਿਮਾਂਡ ਇਸ ਚੀਜ਼ ਨੂੰ ਲੈ ਕੇ ਹੈਗੀ ਕਿ ਪੇਸ਼ੈਂਟ ਸਿਰਫ ਜਿਹੜੇ ਆ ਉਹ ਗੁਰੂ ਨਾਨਕ ਹਸਪੀਟਲ ਜਾਂ DMC CMC 'ਚ ਨਹੀਂ ਹੈਗੇ, ਪ੍ਰਾਈਵੇਟ ਹਸਪੀਟਲਸ ਦੇ ਵਿੱਚ ਵੀ ਹੈਗੇ ਆ। ਉਹਨਾਂ ਦੀ ਵੀ ਪੇਸ਼ੈਂਟ ਦੀ ਨੀਡ ਨੂੰ ਦੇਖਦੇ ਹੋਏ ਕਿਸੇ ਤਰੀਕੇ ਪ੍ਰਾਈਵੇਟ ਹਸਪੀਟਲ 'ਚ ਵੀ ਇੰਸ਼ੋਰ ਕਰਨ ਉਹਨਾਂ ਦੀ ਸਪਲਾਈਜ਼, ਕਿਉਂਕਿ ਉੱਥੇ ਸਪਲਾਈਜ਼ ਬਹੁਤ ਲਿਮਿਟਡ ਆ ਰਹੀਆਂ। ਤੇ ਟੋਸਲੀਜ਼ੁਮੈਬ ਨੂੰ ਲੈ ਕੇ ਹੈਗਾ ਵੀ ਇਹਦੀ ਬਲੈਕ ਮਾਰਕੀਟਿੰਗ ਹੋ ਰਹੀ ਹੈ? ਦੇਖੋ ਟੋਕਲੀਜ਼ੁਮੈਬ ਦੀ ਵੀ ਹਾਲ ਤੱਕ ਕੋਈ ਬਲੈਕ ਮਾਰਕੀਟਿੰਗ ਦੀ ਮੈਂ ਵੀ ਕਹਾਂ, ਕਿਉਂਕਿ ਇਹਦੀ ਅਵੇਲੇਬਿਲਟੀ ਬਹੁਤ ਜ਼ਿਆਦਾ ਘੱਟ ਹੈ, ਬਹੁਤ ਜ਼ਿਆਦਾ ਘੱਟ ਹੈ। ਔਰ ਇਹ ਜਦੋਂ ਰੈਮਡੇਸਿਵਿਰ ਨਾ ਕੰਮ ਕਰੇ ਕਹਿ ਸਕਦੇ ਹਾਂ, ਤੇ ਫਿਰ ਉਸ ਤੋਂ ਬਾਅਦ ਟੋਕਲੀਜ਼ੁਮੈਬ ਦੀ ਯੂਜ਼ ਸ਼ੁਰੂ ਹੁੰਦਾ। ਤੇ ਟੋਕਲੀਜ਼ੁਮੈਬ ਹੋ ਗਿਆ, ਇਟੋਲੀਜ਼ੈਕ ਹੋ ਗਿਆ, ਇਹ ਇੱਕ ਬੇਵੈਸੀਜ਼ੁਮੈਬ ਹੈ, ਇਹ ਉਸ ਤੋਂ ਬਾਅਦ ਪੇਸ਼ੈਂਟ ਨੂੰ ਯੂਜ਼ ਕਰਦੇ ਪਏ ਡਾਕਟਰ। ਲੇਕਿਨ ਮੈਂ ਇੱਕ ਗੱਲ ਜ਼ਰੂਰ ਤੁਹਾਡੇ ਚੈਨਲ ਰਾਹੀਂ ਸਾਰੇ ਪੇਸ਼ੈਂਟ, ਸਾਰੇ ਸ਼ਹਿਰ ਵਾਸੀਆਂ ਨੂੰ ਜ਼ਰੂਰ ਇੱਕ ਗੱਲ ਕਹਿਣਾ ਚਾਹਾਂਗਾ, ਇਹ ਜਿਹੜੇ ਇੰਜੈਕਸ਼ਨ ਹੈਗੇ ਆ, ਇਹ ਯੂਜ਼ ਜਿਹੜੇ ਡਾਕਟਰ ਕਰ ਰਹੇ ਆ, ਇਹ ਆਪਣੇ ਵੱਲੋਂ ਡਾਕਟਰ ਆਪਣਾ ਬੈਸਟ ਐਫਰਟ ਲਗਾ ਰਹੇ ਆ। ਲੇਕਿਨ ਜੇ ਕੋਈ ਕਹੇ ਇਹ ਇੰਜੈਕਸ਼ਨ 100% ਕਿਉਰ ਕਰਨਗੇ, ਇਸ ਚੀਜ਼ ਦੀ ਗਰੰਟੀ ਨਹੀਂ, ਕਿਉਂਕਿ ਕਰੋਨਾ ਦਾ ਇਲਾਜ ਪਰਫੈਕਟ ਤਾਂ ਕਿਸੇ ਨੇ ਵੀ ਹਾਲ ਤੱਕ ਨਹੀਂ ਲੱਭਿਆ। ਡਾਕਟਰਸ ਆਪਣੇ ਵੱਲੋਂ ਪੂਰੇ ਐਫਰਟ ਲਗਾ ਰਹੇ ਆ ਕਿ हाँ भी कोई ना कोई ऑल्टरनेट इंजेक्शन मेडिसिन यूज़ करके मरीज ਨੂੰ ठीक किया जाए। हमारे हम और भी यहाँ पर जो स्टॉकिस्ट हैं एफोटेरेसिन बी के, उनसे बात करते हैं। क्या नाम है जी ਤੁਹਾਡਾ? ਵਰੁਣ। ਵਰੁਣ ਜੀ, ਤੁਸੀਂ ਕਦੋਂ ਤੋਂ ਐਫੋਟੋਰਸਿਨ ਬੀ ਵੇਚ ਰਹੇ ਹੋ? ਐਫੋਟੈਰਾਸਿਨ ਵੀ ਸਾਨੂੰ ਵੇਚਦੇ ਹੋ ਗਏ ਆ 5 ਸਾਲ। ਤੇ ਹੁਣ ਮਾਰਕੀਟ 'ਚ ਸ਼ਾਰਟ ਹੈ? ਹਾਂਜੀ, ਬਹੁਤ ਜ਼ਿਆਦਾ। ਕੀ ਸਪਲਾਈ ਨਹੀਂ ਆ ਰਹੀ ਕਿ ਕਿੰਨੀਆਂ ਕੰਪਨੀਆਂ? ਕੰਪਨੀ ਤੋਂ ਨਹੀਂ ਆ ਰਹੀ, ਕਿਉਂਕਿ ਡਿਮਾਂਡ ਬਹੁਤ ਜ਼ਿਆਦਾ ਵੱਧ ਚੁੱਕੀ ਹੈ। ਪਹਿਲਾਂ ਅਸੀਂ ਐਫੋਟੈਰਾਸਿਨ ਵੀ ਪੈਟਰਿਕ ਦੇ ਵਿੱਚ ਸੇਲ ਕਰਦੇ ਸੀਗੇ, ਬਟ ਹੁਣ ਡਿਊ ਟੂ ਸ਼ਾਇਦ ਕਰੋਨਾ ਵਾਇਰਸ ਦੇ ਕਾਰਨ ਇਹਦੀ ਡਿਮਾਂਡ ਅਡਲਟ ਦੇ ਵਿੱਚ ਕਾਫੀ ਜ਼ਿਆਦਾ ਹੋ ਗਈ ਹੈ, ਤੇ ਜਿਸ ਕਾਰਨ ਮੇਰਾ ਪਰਸਨਲ ਵਿਊ ਹੈ ਕਿ ਸ਼ਾਇਦ ਉਹਦੇ ਕਾਰਨ ਸ਼ੋਰਟ ਹੋ ਗਿਆ ਹੈ। ਪਹਿਲੇ ਕਿੰਨੇ ਇੰਜੈਕਸ਼ਨ ਤੁਸੀਂ ਇੱਕ ਮਹੀਨੇ 'ਚ ਵੇਚ ਲੈਂਦੇ ਤੇ ਹੁਣ ਕਿੰਨੀ ਡਿਮਾਂਡ ਆ ਗਈ? ਹਾਂਜੀ, ਪਹਿਲਾਂ ਮੰਥਲੀ ਮੁਸ਼ਕਿਲ ਨਾਲ 5 ਜਾਂ 10 ਇੰਜੈਕਸ਼ਨਸ ਹੀ ਮੁਸ਼ਕਿਲ ਨਾਲ ਵਿਕਦੇ ਸੀਗੇ। ਹੁਣ ਉਹ ਬਾਜ਼ਾਰ ਬਿਲਕੁਲ ਤੁਹਾਡੇ ਕੋਲ ਨਹੀਂ ਹੈ, ਤੁਸੀਂ ਕੰਪਨੀ ਨੂੰ ਡਿਮਾਂਡ ਪਾਉਂਦੇ ਹੋ तो ਕਹਿੰਦੇ ਸਾਡੇ ਕੋਲ ਹੈ नहीं। ਹਾਂਜੀ, ਕਾफ़ी बारी ਅਸੀਂ ਆਰਡਰ ਪਾ चुके हैं बट नहीं मिल पा रहा वाला इंजेक्शन। ये देखिए, हमने दोनों जो एसोसिएशन यहाँ पर हैं काम कर रही, डिस्ट्रिक्ट केमिस्ट एसोसिएशन और अमृतसर केमिस्ट एसोसिएशन के पदाधिकारियों से बात की है। एम्फोटेरोसिन बी गायब हो चुका है बाज़ार से, क्या कंपनियों ने रोक लिया है, क्या इसकी डिमांड ज़्यादा बढ़ गई है, कहीं दूसरे शहरों में बेचा जा रहा है? इसी को लेकर हम बात करेंगे अधिकारियों के साथ, उनका क्या कहना है। हमारे साथ अमृतसर के सिविल सर्जन डॉक्टर चरणजीत सिंह, उनसे बात करते हैं। डॉक्टर नमस्कार जी। नमस्कार भरा साहब। डॉक्टर साहब, ब्लैक फंगस के किन्ने केस रिपोर्ट हुए सर हुणे तक अपने को? ਸਾਨੂੰ ਟਿਲ ਡੇਟ ਜਿਹੜੇ 17 ਕੇਸ ਰਿਪੋਰਟ ਹੋਏ ਨੇ ਵੱਖ-ਵੱਖ ਹਸਪਤਾਲਾਂ 'ਚੋਂ, ਤੇ ਉਹ ਸਾਰੇ ਜਿਹੜੇ ਕੇਸਿਸ ਨੇ ਟ੍ਰੀਟਮੈਂਟ ਜਿਹੜੀ ਹੈਗੀ ਆ ਚੱਲ ਰਹੀ, ਪਰ ਸਾਈਨ ਐਂਡ ਸਿੰਪਟਮ ਜਿਹੜੇ ਉਹਨਾਂ ਦੇ ਹੈਗੇ ਪਾਏ ਗਏ ਆ। ਤੇ ਡਾਕਟਰ ਸਾਹਿਬ, ਇਹਨਾਂ 'ਚੋਂ ਕਿੰਨੇ ਕੇਸਿਸ ਨੇ ਜਿਨ੍ਹਾਂ ਦੀ ਆਈ ਵਿਜ਼ਨ ਜਿਹੜੀ ਹੈ ਚਲੀ ਗਈ ਹੈ? ਉਹ ਅਸੀਂ ਸਾਰਿਆਂ ਦਾ ਰਿਕਾਰਡ ਜਿਹੜਾ ਹੈਗਾ ਮੰਗਾਇਆ ਹੈਗਾ, ਪਰ ਆਈ ਦੀ ਇਨਵੋਲਵਮੈਂਟ ਜਿਹੜੀ ਹੋਈ ਹੈ ਜ਼ਰੂਰ ਹੋਈ ਹੈ, ਪਰ ਉਹਨਾਂ ਦਾ ਵਿਜ਼ਨ ਲਾਸ ਜਿਹੜਾ ਉਹ ਕਿੰਨੇ % ਆ ਉਹ ਅਸੀਂ ਜਿਹੜੀ ਹੈਗੀ ਹਸਪੀਟਲ ਨਾਲ ਸਾਨੂੰ ਰਿਕਾਰਡ ਅਸੀਂ ਮੰਗਾਇਆ, ਉਹਨਾਂ ਤੋਂ ਅਸੀਂ ਉਹ ਅਸੈਸ ਕਰ ਰਹੇ ਹੈਗੇ ਆ ਕਿ ਕਿੰਨੇ % ਲਾਸ ਹੋਇਆ। ਅੱਛਾ, ਕਿਆ ਡਾਕਟਰ ਸਾਹਿਬ ਦੇਖਣ 'ਚ ਆਇਆ ਵੀ ਇਹਨਾਂ ਦੀ ਪੇਸ਼ੈਂਟਸ ਦੀ ਕਿਉਂਕਿ ਡਾਇਬੀਟਿਕ ਹੁੰਦੇ ਆ, ਸਟੀਰਾਇਡ ਜ਼ਿਆਦਾ ਦਿੱਤੇ ਜਾਂਦੇ ਆ, ਇਮਿਊਨਿਟੀ ਇਹਨਾਂ ਦੀ ਲੋਸ ਹੋ ਜਾਂਦੀ ਹੈ, ਤੇ ਕਿਆ ਜਿਹਦੀ ਇੱਕ ਆਈ ਡੈਮੇਜ ਹੁੰਦੀ ਹੈ ਉਹਦੀ ਦੂਸਰੀ ਆਈ ਦੀ ਅੱਖ ਰੋਸ਼ਨੀ ਜਾਣ ਦਾ ਵੀ ਖਤਰਾ ਹੈਗਾ ਇਹਦੇ 'ਚ? ਬਿਲਕੁਲ, ਜਿਹੜੀ ਫੰਗਲ ਇਨਫੈਕਸ਼ਨ ਆ ਜਦੋਂ ਉਹ ਟਰੈਵਲ ਕਰਦੀ ਹੈ ਤੇ ਇਟ ਮੇ ਗੋ ਟੂ ਐਨੀ ਪਾਰਟ ਆਫ ਦਾ ਜਿਹੜੀ ਹੈਗੀ ਆ ਬ੍ਰੇਨ ਦਾ, ਈਵਨ ਬ੍ਰੇਨ ਵਿੱਚ ਵੀ ਜਦੋਂ ਨੇਜ਼ਲ ਸਾਇਨਸ ਹੋ ਜਾਂਦੀ ਹੈ, ਈਵਨ ਇਟ ਕੈਨ ਗੋ ਟੂ ਬ੍ਰੇਨ, ਤੇ ਉਹ ਜਿਹੜੀ ਸਰਜਰੀ ਮੁੜ ਕੇ ਹੁੰਦੀ ਹੈ ਬੜੀ ਮਿਊਟੀਲੇਟਿਕ ਹੁੰਦੀ ਹੈ, ਬੜਾ ਪੇਨਫੁਲ ਪ੍ਰੋਸੀਜਰ ਹੈਗੇ ਆ, ਦੈਟ ਹੈਜ਼ ਟੂ ਬੀ ਰਿਮੂਵਡ। ਇਸ ਕਰਕੇ ਅਸੀਂ ਸਾਰੇ ਵਾਰ-ਵਾਰ ਅਪੀਲ ਕਰਦੇ ਹਾਂ ਕਿ ਮਾਸਕ ਪਾਓ, ਵੈਕਸੀਨੇਸ਼ਨ ਲਵਾਓ, ਤਾਂ ਕਿ ਤੁਹਾਨੂੰ ਉਹ ਜਿਹੜੀ ਹੈਗੀ ਆ ਉਸ ਹਾਲਤ ਤੱਕ ਨਾ ਪਹੁੰਚੇ। ਤੇ ਮੈਂ ਫਿਰ ਦੁਬਾਰਾ ਤੁਹਾਡੇ ਚੈਨਲ 'ਤੇ ਅਪੀਲ ਕਰਦਾ ਲੋਕਾਂ ਨੂੰ ਕਿ
ਮਾਸਕ ਜਿਹੜਾ ਹੈਗਾ ਇਹ ਸਭ ਤੋਂ ਜਿਹੜਾ ਕਾਰਗਰ ਹਥਿਆਰ ਹੈਗਾ, ਭਾਵੇਂ ਉਹ ਬੈਕਟੀਰੀਆ ਭਾਵੇਂ ਫੰਗਲ ਆ ਕੁਛ ਵੀ ਹੋਵੇ, ਉਹਨੂੰ ਰੋਕਣ ਲਈ ਜਿਹੜਾ ਮਾਸਕ ਬੜਾ ਜ਼ਰੂਰੀ ਹੈ। ਤੇ ਨਾਲ ਵੈਕਸੀਨੇਸ਼ਨ ਜਿਹੜੀ ਹੈ ਉਹ ਸਾਡੇ 17 ਸੈਂਟਰਾਂ 'ਤੇ ਅੰਮ੍ਰਿਤਸਰ ਡਿਸਟ੍ਰਿਕਟ ਚੱਲ ਰਹੀ ਹੈ। ਤੇ ਜਿਹੜੇ ਏਜ ਗਰੁੱਪ ਸਰਕਾਰ ਨੇ ਨਿਰਧਾਰਿਤ ਕੀਤੇ ਨੇ 18 ਤੋਂ 44 ਦਾ, ਭਾਵੇਂ ਉਹ ਲੇਬਰ ਦਾ, ਭਾਵੇਂ ਉਹ ਕੋਮੋਰਬਿਡ ਦਾ, ਤੇ ਭਾਵੇਂ ਉਹ ਹੈਲਥ ਕੇਅਰ ਵਰਕਰ ਦੇ ਕੋਈ ਡਿਪੈਂਡੈਂਟਸ ਹੈਗੇ ਆ ਜਾਂ 45 ਪਲੱਸ ਦਾ, ਤੇ ਸਾਰਿਆਂ ਨੂੰ ਜਿਹੜੀ ਹੈਗੀ ਆ ਉੱਥੇ ਵੈਕਸੀਨ ਲਗਵਾਉਣੀ ਚਾਹੀਦੀ ਹੈ ਤਾਂ ਕਿ ਅਸੀਂ ਇਹਨਾਂ ਬਿਮਾਰੀਆਂ ਤੋਂ ਬਚ ਸਕੀਏ। ਡਾਕਟਰ ਸਾਹਿਬ ਦੇਖਣ ਚਾਹ ਜਿਹੜਾ ਇੰਜੈਕਸ਼ਨ ਯੂਜ਼ ਹੁੰਦਾ ਹੈ ਬਲੈਕ ਫੰਗਸ ਦੇ ਵਿੱਚ ਐਂਫੋਟੈਰਾਸਿਨ ਬੀ, ਉਹ ਮਾਰਕੀਟ 'ਚ ਨਹੀਂ ਮਿਲ ਰਿਹਾ, ਲੋਕ ਕਾਫੀ ਖਰਾਬ ਹੋ ਰਹੇ हैं। ਨਹੀਂ, ਉਹਦੇ ਲਈ ਅਸੀਂ ਆਲਰੇਡੀ ਮਾਰਕੀਟ ਨੈਚੁਰਲੀ ਜਿਹੜੀ ਹੈ ਜਦੋਂ ਕੁਝ ਜ਼ਿਆਦਾ ਕੇਸਿਸ ਹੁੰਦੇ ਤੇ ਯੂਜ਼ਲੀ ਸ਼ਾਰਟੇਜ ਜਿਹੜੀ ਚਾਂਸਸ ਹੁੰਦੇ ਆ, ਪਰ ਅਸੀਂ ਫਿਰ ਵੀ ਜਿਹੜਾ ਜ਼ੋਨਲ ਸਾਰੀ ਲਾਇਸੈਂਸਿੰਗ ਅਥਾਰਟੀ ਆ ਉਹਨਾਂ ਨੂੰ ਮੈਂ ਕਿਹਾ ਤੇ ਡਰੱਗ ਇੰਸਪੈਕਟਰ ਨੂੰ ਕਿਹਾ ਕਿ ਇਹ ਜਿੱਥੇ ਅਵੇਲੇਬਲ ਹੋ ਸਕਦਾ ਉਹ ਅਵੇਲੇਬਲ ਕਰਾਇਆ ਜਾਵੇ। ਕੋਈ ਗਾਈਡਲਾਈਨਸ ਇਸ਼ੂ ਕੀਤੀਆਂ ਗਈਆਂ ਵੀ ਬਲੈਕ ਫੰਗਸ ਦਾ ਕਿਤੇ ਵੀ ਸਸਪੈਕਟਡ ਪੇਸ਼ੈਂਟ ਆਉਂਦਾ ਉਹ ਰਿਪੋਰਟ ਕੀਤਾ ਜਾਏ ਸਿਵਲ ਸਰਜਨ ਆਫਿਸ ਨੂੰ? ਹਾਂ ਬਿਲਕੁਲ ਜੀ, ਸਾਰੇ ਜਿੰਨੇ ਹਸਪੀਟਲਸ ਹੈਗੇ ਭਾਵੇਂ ਉਹ ਗਵਰਨਮੈਂਟ ਦੇ ਭਾਵੇਂ ਪ੍ਰਾਈਵੇਟ, ਉਹ ਸਾਰਿਆਂ ਨੂੰ ਇੰਸਟਰਕਸ਼ਨ ਜਿਹੜੀਆਂ ਉਹ ਜਾਰੀ ਕੀਤੀਆਂ ਗਈਆਂ ਕਿ ਜਦੋਂ ਵੀ ਕੋਈ ਕੇਸ ਹੁੰਦਾ ਤਾਂ ਤੁਰੰਤ ਉਹ ਕੇਸ ਦੀ ਵਿਦ ਡਿਟੇਲ ਸਾਨੂੰ ਉਹਦਾ ਬਾਇਓਡਾਟਾ भेजा जावे। अभी तक 17 केस ब्लैक फंगस के आए हैं, कई लोगों की आंख की रोशनी चली गई है, आंख निकालनी पड़ सकती है, इनकी नज़र है पूरी। अब एम्फाटोरासिन बी क्यों गायब है, इसी को लेकर हम बात करेंगे जिला ड्रग अथॉरिटी के साथ, उनका क्या कहना है। हमारे साथ हैं जोनल ड्रग अथॉरिटी करुण सचदेवा, इनसे बात करते हैं कि एम्फाटोरासिन बी जो है मार्केट से शॉर्ट हो गया है, उसके क्या कारण हैं, क्या ये कभी अब उसकी सप्लाई कब तक सुचारू हो जाएगी। सर नमस्कार जी। ਨਮਸਕਾਰ ਜੀ। ਸਰ ਐਂਫੋਟੈਰਾਸਿਨ ਪਹਿਲੇ ਦੇਖਿਆ ਸੀ ਜਦੋਂ ਕੋਵਿਡ ਆਇਆ ਸੀ, ਰੈਮਡੇਸਿਵਿਰ ਦੀ ਕਾਫੀ ਡਿਮਾਂਡ ਹੋ ਗਈ, ਤੁਸੀਂ ਕਾਫੀ ਉਹਨੂੰ ਸਿੰਪਲੀਫਾਈ ਕੀਤਾ, ਫਿਰ ਟੋਸਲੀਜ਼ੁਮੈਬ, ਹੁਣ ਐਂਫੋਟੈਰਾਸਿਨ ਬੀ ਜਿਹੜਾ ਕਿ ਬਲੈਕ ਫੰਗਸ ਯੂਜ਼ ਹੁੰਦਾ ਹੈ, ਇਹ ਬਾਜ਼ਾਰ 'ਚੋਂ ਗਾਇਬ ਹੋ ਗਿਆ, ਇਹਦੇ ਰੀਜ਼ਨ ਕਿਆ ਹੈ? ਦੇਖੋ, ਬਾਜ਼ਾਰ ਦੇ ਵਿੱਚ ਗਾਇਬ ਨਹੀਂ ਹੋਇਆ, ਇਹ ਗਾਇਬ ਹੀ ਸੀ ਕਿਉਂਕਿ ਇਹਦੀ ਯੂਜ਼ੇਜ ਹੀ ਬਹੁਤ ਥੋੜੀ ਸੀਗੀ। ਕਿਉਂਕਿ ਆਪਣੀ ਜਿਹੜੀ ਸਟੇਟ ਹੈ ਉਹਦੇ 'ਚ ਜਿਹੜਾ ਟੈਂਪਰੇਚਰ ਕੰਡੀਸ਼ਨਸ ਇਹੋ ਜਿਹੀਆਂ ਹੁੰਦੀਆਂ ਕਿ ਬਹੁਤ ਦੇਰ ਵਾਸਤੇ ਮੋਇਸਟ ਕਲਾਈਮੇਟ ਨਹੀਂ ਰਹਿੰਦਾ, ਅਤੇ ਅਦਰਵਾਈਜ਼ ਜਿਹੜਾ ਫੰਗਸ ਵਾਲੀ ਡਿਜ਼ੀਜ਼ਜ਼ ਹੈ ਇੱਥੇ ਪੰਜਾਬ ਦੇ ਵਿੱਚ ਬਹੁਤ ਘੱਟ ਹੁੰਦੀਆਂ। ਅਤੇ ਇਹ ਬੇਸਿਕਲੀ ਉਸ ਕੰਟਰੀਜ਼ ਦੇ ਵਿੱਚ ਜ਼ਿਆਦਾ ਯੂਜ਼ ਹੁੰਦਾ ਸੀਗਾ ਜਿੱਥੇ ਬੜਾ ਮੋਇਸਟ ਟੈਂਪਰੇਟ ਟਾਈਪ ਆਫ ਕਲਾਈਮੇਟ ਹੈ, ਜਿਵੇਂ ਕੋਲੰਬੀਆ ਵਗੈਰਾ ਹੈ, ਅਤੇ ਇੱਥੇ ਬਹੁਤ ਰੇਅਰਲੀ ਕਿਤੇ ਯੂਜ਼ ਹੁੰਦਾ ਸੀਗਾ। ਹੁਣ ਜਿਹੜੇ ਕੋਵਿਡ ਦੇ ਪੇਸ਼ੈਂਟ ਅੰਡਰ ਟਰੀਟਮੈਂਟ ਹੁੰਦੇ ਆ ਉਹ ਇਮਿਊਨੋ ਕੰਪਰੋਮਾਈਜ਼ਡ ਹੁੰਦੇ ਆ, ਅਤੇ ਉਹਨਾਂ ਨੂੰ ਕਿਉਂਕਿ ਸਟੀਰੋਇਡਸ ਵੀ ਦਿੱਤੇ ਜਾਂਦੇ, ਹੋਰ ਵੀ ਮੈਡੀਸਿਨ ਦਿੱਤੀ ਜਾਂਦੀਆਂ, ਅਤੇ ਉਹਨਾਂ ਪੇਸ਼ੈਂਟਸ ਦੇ ਵਿੱਚ ਜਿਹੜੀ ਬਲੈਕ ਫੰਗਸ ਹੈਗੀ ਆ ਉਹਦੇ ਕੇਸਿਸ ਜਿਹੜੇ ਹੁਣ ਆਉਣੇ ਸ਼ੁਰੂ ਹੋ ਗਏ ਆ, ਅਤੇ ਮੈਡੀਸਿਨ ਜਿਹੜੀ ਆ ਉਹਦੀ ਸਪਲਾਈ ਫਿਰ ਸ਼ਾਰਟ ਹੈ, ਪ੍ਰੋਡਕਸ਼ਨ ਬੂਸਟ ਅਪ ਕਰਦੇ ਟਾਈਮ ਲੱਗ ਜਾਂਦਾ। ਦੂਸਰੀ ਇੱਕ ਹੋਰ ਗੱਲ ਹੈਗੀ ਹੈ ਕਿ ਇਹ ਤਿੰਨ ਫਾਰਮਸ 'ਚ ਆਉਂਦਾ ਐਂਫੋਟੈਰਾਸਿਨ ਬੀ। ਇੱਕ ਹੁੰਦਾ ਲਾਇਓਫਿਲਾਈਜ਼ਡ, ਇੱਕ ਹੁੰਦਾ ਲਿਪਿਡ ਬੇਸ, ਇੱਕ ਹੁੰਦਾ ਲਾਈਪੋਸੋਮਲ। ਅਤੇ ਜਿਹੜਾ ਲਾਇਓਫਿਲਾਈਜ਼ਡ ਵਾਲਾ ਹੈ ਉਹ ਤਾਂ ਅਵੇਲੇਬਲ ਹੈਗਾ ਮਾਰਕੀਟ ਦੇ ਵਿੱਚ, ਲੇਕਿਨ ਉਹ ਨੈਫਰੋਟੌਕਸਿਕ ਹੁੰਦਾ ਹੈ, ਜਿਸ ਕਰਕੇ ਉਹਦੀ ਜਿਹੜੀ ਇੰਨੀ, ਕਿਉਂਕਿ ਡੋਜ਼ਿਸ ਵੀ ਬਹੁਤ ਜ਼ਿਆਦਾ ਦਿੱਤੀਆਂ ਜਾਂਦੀਆਂ। ਇੱਕ ਪੇਸ਼ੈਂਟ ਨੂੰ ਮਿਨੀਮਮ, ਜੋ ਮੈਨੂੰ ਡਾਕਟਰਸ ਨੇ ਦੱਸਿਆ, ਕਿ 40 ਤੋਂ 50 ਇੰਜੈਕਸ਼ਨਸ ਮਿਨੀਮਮ ਲੱਗਦੇ ਇੱਕ ਪੇਸ਼ੈਂਟ ਨੂੰ। ਅਤੇ ਉਹ ਜਦੋਂ ਇੰਨੀ ਹਾਈ ਕੁਆਂਟਿਟੀ ਦੇ ਵਿੱਚ ਇੱਕ ਦਿਨ ਦੇ ਵਿੱਚ ਜਾਂਦੇ ਆ ਇੰਜੈਕਸ਼ਨ, ਇੱਕ ਤਾਂ ਉਹਦਾ ਹਾਫ ਲਾਈਫ ਬੜੀ ਸ਼ਾਰਟ ਹੁੰਦੀ ਹੈ, ਉਹ ਬਾਡੀ ਦੇ ਵਿੱਚ ਉਸੇ ਵੇਲੇ ਐਲੀਮੀਨੇਟ ਹੋ ਜਾਂਦਾ ਜਿਹੜਾ ਲਾਇਓਫਿਲਾਈਜ਼ਡ ਵਾਲਾ ਹੈ, ਅਤੇ ਪਲੱਸ ਉਹ ਨੈਫਰੋਟੌਕਸਿਕ ਹੁੰਦਾ, ਉਹ ਕਿਡਨੀਜ਼ 'ਤੇ ਇਫੈਕਟ ਕਰ ਜਾਂਦਾ। ਅਤੇ ਉਹ ਤਾਂ ਅਵੇਲੇਬਲ ਹੈ, ਬਟ ਜਿਹੜੇ ਬਾਕੀ ਦੋ ਫਾਰਮਸ ਹੈ, ਇੱਕ ਲਿਪਿਡ ਬੇਸ, ਇੱਕ ਲਾਈਪੋਸੋਮਲ, ਇਹ ਦੋਨੋਂ ਫਾਰਮਸ ਜਿਹੜੀਆਂ ਹੈਗੀਆਂ ਉਹ ਮਾਰਕੀਟ ਦੇ ਵਿੱਚ ਅਵੇਲੇਬਲ ਨਹੀਂ ਹੈਗੀਆਂ। ਉਹ ਦੋਨੋਂ ਫਾਰਮ ਜਿਹੜੀਆਂ ਹੈਗੀਆਂ, ਦੋਵੇਂ ਦੀ ਡੋਜ਼ੇਜ ਫਾਰਮਸ ਹੈਗੀਆਂ, ਉਹ ਗੌਰਮੈਂਟ ਨੇ ਸਪਲਾਈ ਲੈਣੀ ਸ਼ੁਰੂ ਕੀਤੀ ਹੈ, ਜਿਵੇਂ ਕਿ ਰੈਮਡੇਸਿਵਿਰ ਦੀ ਲੈਣੀ ਸ਼ੁਰੂ ਕੀਤੀ ਸੀਗੀ। ਅਤੇ ਹੁਣ ਮੈਨੂੰ ਅੱਜ ਪਤਾ ਚੱਲਿਆ ਕਿ 200 ਇੰਜੈਕਸ਼ਨ ਗੌਰਮੈਂਟ ਕੋਲ ਲਿਪਿਡ ਬੇਸ ਵਾਲੇ ਆ ਗਏ ਆ, ਅਤੇ ਸਾਡੇ ਕੋਲ ਇੱਥੇ 2 ਪੇਸ਼ੈਂਟਸ ਜਿਹੜੇ ਰਿਪੋਰਟ ਹੋਏ ਸੀਗੇ, ਉਹ 2 ਹਸਪੀਟਲ ਦੀ ਡਿਮਾਂਡ ਦੇ ਉੱਤੇ ਸਾਨੂੰ 16 ਇੰਜੈਕਸ਼ਨ ਅਲਾਟ ਹੋ ਗਏ ਕਿ ਐਟਲੀਸਟ ਟਰੀਟਮੈਂਟ ਤਾਂ ਸਟਾਰਟ ਹੋ ਜਾਏ। 200 ਦੇ ਵਿੱਚੋਂ ਸਾਨੂੰ 16 ਇੰਜੈਕਸ਼ਨ ਮਿਲ ਗਏ ਆ, ਉਹਨਾਂ ਦੀ ਪੇਮੈਂਟ ਕਰਵਾ ਕੇ ਸਾਨੂੰ ਅੱਜ ਜਾਂ ਕੱਲ੍ਹ ਰਿਸੀਵ ਹੋ ਜਾਣਗੇ, ਅਤੇ ਟਰੀਟਮੈਂਟ ਜਿਹੜਾ ਪੇਸ਼ੈਂਟ ਦਾ ਉਹ ਸਟਾਰਟ ਹੋ ਜਾਏਗਾ। ਅਤੇ ਜਿਵੇਂ ਪਹਿਲੇ ਸ਼ਾਰਟੇਜ ਸੀਗੀ ਰੈਮਡੇਸਿਵਿਰ ਦੀ, ਜਿਵੇਂ ਤੁਸੀਂ ਪਹਿਲੇ ਕਮੇਟੀ ਬਣੀ ਸੀ, ਕਿਆ ਐਂਫੋਟੈਰਾਸਿਨ ਬੀ ਨੂੰ ਲੈ ਕੇ ਵੀ ਸੇਮ ਕਮੇਟੀ ਉਸ ਤਰ੍ਹਾਂ ਹੀ ਫਾਰਮ ਹੋਏਗੀ? ਪੇਸ਼ੈਂਟ ਨੂੰ ਚਾਹੀਦਾ ਹੋਏਗਾ ਤਾਂ ਕਿਸ ਤਰ੍ਹਾਂ ਕੰਟੈਕਟ ਕਰਨ? ਅਜੇ ਤੱਕ ਕੋਈ ਕਮੇਟੀ ਤਾਂ ਨਹੀਂ ਗਵਰਨਮੈਂਟ ਵੱਲੋਂ ਬਣਾਈ ਗਈ, ਅਜੇ ਤਾਂ ਮੈਂ ਦੇਖ ਰਿਹਾ ਹਾਂ, ਕਿਉਂਕਿ ਸਾਰੇ ਮੈਨੂੰ ਹੀ ਕੰਟੈਕਟ ਕਰਦੇ ਆ, ਅਤੇ ਅਜੇ ਡਿਜ਼ੀਜ਼ ਜਿਹੜੀ ਹੈ ਉਹ ਰੇਅਰ ਹੈ, ਇਸ ਕਰਕੇ ਅਜੇ ਪੰਜਾਬ ਦੇ ਵਿੱਚ ਇਹਦਾ ਬਹੁਤ ਜ਼ਿਆਦਾ ਨੇ ਅਜੇ ਪੈਰ ਨਹੀਂ ਪਸਾਰੇ। ਅੰਮ੍ਰਿਤਸਰ ਦੇ ਵਿੱਚ ਸਾਡੇ ਕੋਲ 2 ਪੇਸ਼ੈਂਟ ਤੇ ਅੰਡਰ ਟਰੀਟਮੈਂਟ ਹੈ, ਅਤੇ ਸੁਣਨ 'ਚ ਆਇਆ ਕਿ 2-3 ਪੇਸ਼ੈਂਟ ਹੋਰ ਵਿੱਚੋਂ ਅਜੇ ਡਾਇਗਨੋਜ਼ ਹੋ ਰਹੇ ਆ। ਅਤੇ ਜਿਵੇਂ ਸਪਲਾਈ ਸਾਨੂੰ ਆਉਂਦੀ, ਸਾਨੂੰ ਹੈੱਡ ਆਫਿਸ ਤੋਂ ਪਤਾ ਚੱਲ ਜਾਂਦਾ ਹੈ, ਸਾਡੇ ਗਰੁੱਪਸ ਬਣੇ ਹੋਏ ਆ, ਸਾਨੂੰ ਡਾਕਟਰਸ ਜਿਹੜੇ ਇੰਟੀਮੇਟ ਕਰ ਦਿੰਦੇ ਕਿ ਸਾਡੇ ਵੀ ਪੇਸ਼ੈਂਟਸ ਹੈ। ਅੱਜ ਸਵੇਰੇ ਵੀ ਇੱਕ ਹਸਪੀਟਲ ਨੇ ਇੰਟੀਮੇਟ ਕੀਤਾ, ਅੰਮ੍ਰਿਤਸਰ ਨੂੰ 200 ਦੇ ਵਿੱਚੋਂ 16 ਇੰਜੈਕਸ਼ਨ ਅਲਾਟ ਹੋਏ ਸੀਗੇ, ਡਿਵਾਈਡ ਕਰਕੇ ਹੀ ਹੈ ਜੀ, 22 ਡਿਸਟ੍ਰਿਕਾਂ ਦੇ ਵਿੱਚ ਉਹਨਾਂ ਨੇ ਡਿਵਾਈਡ ਕਰਨੇ ਆ। ਸਾਨੂੰ ਜਿਹੜੇ 16 ਅਲਾਟ ਹੋਏ ਸੀਗੇ ਉਹ ਡਾਕਟਰਸ ਨੂੰ ਦੱਸਤਾ,
ਪੇਮੈਂਟ ਕਰਵਾ ਕੇ ਉਹਨਾਂ ਦੀ, ਤੇ ਉਹ ਅੱਜ ਜਾਂ ਕੱਲ੍ਹ 'ਚ ਡਿਲੀਵਰ ਹੋ ਜਾਣਗੇ ਤੇ ਟ੍ਰੀਟਮੈਂਟ ਸਟਾਰਟ ਹੋ ਜਾਏਗਾ। ਜਿਵੇਂ ਤੁਸੀਂ ਦੱਸਿਆ ਵੀ ਇੱਕ ਪੇਸ਼ੈਂਟ ਨੂੰ 40 ਤੋਂ 50 ਇੰਜੈਕਸ਼ਨ ਲੱਗਦੇ ਤੇ 16 ਇੰਜੈਕਸ਼ਨ ਤੇ ਡੋਜ਼ ਹੀ ਸਫੀਸ਼ੀਐਂਟ ਨਾ ਹੋਈ ਫਿਰ? ਇੱਕ ਦਿਨ ਦੇ ਵਿੱਚ ਤੇ 2 ਦਿਨ ਹੀ ਲੱਗਣਗੇ ਜੀ ਨਾ ਜੀ। ਇਹ ਲੰਬਾ ਕੋਰਸ ਹੁੰਦਾ ਹੈ, 15 ਤੋਂ 20 ਦਿਨ ਦੇ ਵਿੱਚ ਸ਼ੁਰੂ ਹੁੰਦਾ ਹੈ, ਤੇ ਉਮੀਦ ਤਾਂ ਹੀ ਹੈ ਫਿਰ ਕਿ ਸ਼ੁਰੂ ਕਰਾਂਗੇ ਤੇ ਸ਼ਾਇਦ ਉਨੀ ਦੇਰ ਤੱਕ ਹੋਰ ਆ ਜਾਵਾਂਗੇ। ਆਪਾਂ ਇਹਦੇ ਵੇਟ ਨਹੀਂ ਕਰ ਸਕਦੇ ਕਿ ਹੈ ਨਹੀਂ ਤੇ ਸ਼ੁਰੂ ਨਾ ਕਰੀਏ ਟ੍ਰੀਟਮੈਂਟ। ਜਿੰਨੇ ਕੁ ਹੈਗੇ ਉਨੀ ਦੇਰ ਤੱਕ ਸ਼ੁਰੂ ਕਰ ਲੈਂਦੇ ਹਾਂ, ਸ਼ਾਇਦ ਕਿਤੋਂ ਨਾ ਕਿਤੋਂ ਸਾਨੂੰ ਅਵੇਲੇਬਲ ਹੋ ਜਾਣ ਗਵਰਨਮੈਂਟ ਤੋਂ। ਟੋਸਲੀਜ਼ੁਮੈਬ ਨੂੰ ਲੈ ਕੇ ਵੀ ਕਾਫੀ ਸ਼ਾਰਟੇਜ ਚੱਲ ਰਹੀ ਹੈ, ਉਹਦੀ ਕਿਆ ਸਟੇਟ, ਕਿਸ ਤਰ੍ਹਾਂ ਉਹ ਲੋਕਾਂ ਨੂੰ ਮਿਲੇਗਾ ਜੀ? ਉਹ ਟੋਸਲੀਜ਼ੁਮੈਬ ਵੀ ਜਿਹੜਾ ਹੈ ਉਹ ਉਸੇ ਪ੍ਰੋਸੀਜਰ ਦੇ ਵਿੱਚ ਹੀ ਹੈ, ਗਵਰਨਮੈਂਟ ਹੀ ਪ੍ਰੋਕਿਓਰ ਕਰਦੀ ਹੈ। ਜਦੋਂ ਕੋਈ ਹਸਪੀਟਲ ਡਿਮਾਂਡ ਪਾਉਂਦਾ ਅਸੀਂ ਡਿਮਾਂਡ ਫਾਰਵਰਡ ਕਰ ਦਈਦੀ ਹੈ, ਤੇ ਫਿਰ ਜੇ ਅਲਾਟਮੈਂਟ ਹੁੰਦੀ ਹੈ ਤੇ ਅਸੀਂ ਪ੍ਰੋਵਾਈਡ ਕਰਵਾ ਦਿੰਦੇ ਹਾਂ। ਰੈਮਡੀਸਿਵਿਰ ਜਿਹੜਾ ਉਹ ਹੁਣ ਉਹਦੀ ਸ਼ਾਰਟੇਜ ਦੂਰ ਹੋ ਗਈ ਹੈ? ਹਾਂਜੀ, ਉਹ ਤੇ ਸਫੀਸ਼ੀਐਂਟ ਕੁਆਂਟੀਟੀ ਹੈ ਜੀ, ਤੇ ਗਵਰਨਮੈਂਟ ਸਪਲਾਈ ਵੀ ਪਈ ਹੈ, ਕੋਈ ਡਿਮਾਂਡ ਨਹੀਂ ਆਈ ਲਾਸਟ 3 ਡੇਜ਼ ਤੋਂ। ਸਾਰੇ ਹਸਪੀਟਲਸ ਕੋਲ ਸਫੀਸ਼ੀਐਂਟ ਸਟਾਕ ਹੋ ਗਿਆ ਫॉर ਨੈਕਸਟ 10 to 15 ਡੇਜ਼। ਇਨਫੈਕਟ ਅਪਰੋਕਸੀਮੇਟਲੀ 3000 ਇੰਜੈਕਸ਼ਨ ਅੰਮ੍ਰਿਤਸਰ ਨੂੰ ਅਲਾਟ ਹੋਏ ਸੀਗੇ, ਲੇਕਿਨ ਉਹ ਅਸੀਂ ਫੋਰਫਿਟ ਕਰਤੇ ਇਸੇ ਲਈ ਕਿਉਂਕਿ ਕਿਸੇ ਹਸਪੀਟਲ ਦੀ ਕੋਈ ਡਿਮਾਂਡ ਨਹੀਂ ਸੀਗੀ। ਜਿਹੜੇ ਤੁਸੀਂ ਕਿਹਾ ਵੀ 16 ਇੰਜੈਕਸ਼ਨ ਆਏ, ਉਹ ਕਿਸ ਕੈਟਾਗਰੀ ਦੇ ਆਏ? ਕਿਉਂਕਿ ਤੁਸੀਂ 3 ਕੈਟਾਗਰੀਆਂ ਦੱਸੀਆਂ। ਉਹ ਲਿਪਿਡ ਬੇਸ ਵਾਲੇ ਆ ਜਿਹੜੇ ਉਹ ਆਏ ਆ, ਉਹ ਮਤਲਬ ਮੀਡੀਅਮ ਪ੍ਰਾਈਸਿੰਗ ਦੇ ਆ। ਅਪਰੋਕਸੀਮੇਟਲੀ 1500 ਰੁਪਏ ਦਾ ਇੰਜੈਕਸ਼ਨ ਪੇਸ਼ੈਂਟ ਨੂੰ ਅਸੀਂ ਦਵਾ ਰਹੇ ਹਾਂ। ਤੇ ਜਿਹੜਾ 6 ਤੋਂ 7000 ਦਾ ਇੰਜੈਕਸ਼ਨ ਹੈ, ਹਾਂ ਉਹ ਜਿਹੜਾ ਹੈ ਉਹ ਵੀ ਕੁਝ ਗਵਰਨਮੈਂਟ ਕੋਲ ਸਟਾਕ ਆਣਾ ਹੈ, ਬਟ ਗੱਲ ਹੈ ਕਿ ਇੱਕ ਅਫੋਰਡੇਬਿਲਿਟੀ ਇਸ਼ੂ ਵੀ ਹੈ ਕਿਉਂਕਿ ਉਹ ਪ੍ਰਾਈਸਿਸ ਵੈਸੇ ਹੀ ਹਾਈ ਹੈ। ਉਹ ਇੰਜੈਕਸ਼ਨ ਦਾ ਇਸ ਤਰ੍ਹਾਂ ਹੈ ਕਿ ਲਾਈਪੋਸੋਮਲ ਜਿਹੜਾ ਪ੍ਰੋਸੈਸ ਹੈ, ਉਹ ਪ੍ਰੋਸੈਸ ਨੂੰ ਬਣਾਉਣਾ ਹੀ ਬੜਾ ਕਾਸਟਲੀ ਹੈ, ਕਿਉਂਕਿ ਜਿਹੜੇ ਲਾਈਪੋਸੋਮਸ ਬਣਦੇ ਆ ਉਹਦੀ ਜਿਹੜੀ ਪ੍ਰੋਡਕਸ਼ਨ ਹੈ, ਜਿੱਥੇ ਕਿ ਆਮ ਇੰਜੈਕਸ਼ਨ ਦਾ ਜਿਹੜਾ ਇੰਪਿਊਲ ਹੈ ਉਹ 5 ਤੋਂ 6 ਲੱਖ ਇੱਕ ਦਿਨ 'ਚ ਬਣ ਜਾਂਦੇ ਆ, ਪਰ ਜਿਹੜੀ ਲਾਈਪੋਸੋਮ ਬਣਾਉਣ ਦੀ ਟੈਕਨੋਲੋਜੀ ਹੈ ਉਹਦੇ 'ਚ ਇੱਕ ਫੈਕਟਰੀ ਸਿਰਫ 3 ਤੋਂ 4 ਹਜ਼ਾਰ ਇੰਜੈਕਸ਼ਨ ਹੀ ਡੇਲੀ ਦੇ ਬਣਾ ਸਕਦੀ ਹੈ, ਤੇ ਉਹਦਾ ਜਿਹੜਾ ਰॉ ਮਟੀਰੀਅਲ ਹੈਗਾ ਉਹ ਵੀ ਇੰਪੋਰਟ ਹੁੰਦਾ ਹੈ। ਜਿਹੜਾ ਐਂਫੋਟੈਰੀਸਿਨ ਬੀ ਹੈ ਉਹ ਤਾਂ ਅਵੇਲੇਬਲ ਹੈਗਾ, ਲੇਕਿਨ ਲਾਈਪੋਸੋਮ ਬਣਾਉਣ ਦਾ ਜਿਹੜਾ ਮਟੀਰੀਅਲ ਹੈ ਉਹ ਵੀ ਅਲੱਗ-ਅਲੱਗ ਕੰਟਰੀਜ਼ ਤੋਂ ਆਉਂਦਾ, ਤੇ ਇਸ ਕਰਕੇ ਉਹਦੀ ਕਾਸਟਿੰਗ ਜਿਹੜੀ ਹਾਈ ਹੈ। ਉਹ ਫਿਰ ਅਸੀਂ ਤਾਂ ਹੀ ਡਿਮਾਂਡ ਕਰਾਂਗੇ ਗਵਰਨਮੈਂਟ ਕੋ, ਜੇ ਕੋਈ ਹਸਪੀਟਲ ਇਹਨਾਂ ਦੀ ਡਿਮਾਂਡ ਕਰੇਗਾ ਕਿ ਇੰਨਾ ਹਾਈ ਪੇਇੰਗ ਕੋਈ ਹੈਗਾ, ਤੇ ਫਿਰ ਹੀ ਉਸ ਹਿਸਾਬ ਨਾਲ ਅਸੀਂ ਡਿਮਾਂਡ ਕਰਾਂਗੇ, ਤੇ ਫਿਰ ਸਟੇਟਸ ਪੁੱਛਾਂਗੇ ਕਿ ਕਿੰਨਾ ਕੁ। ਜੀ ਦੇਖੋ ਜਿਹੜੇ ਇੰਜੈਕਸ਼ਨ ਹੈ ਇਹ ਲੱਗਣ ਤੋਂ ਬਾਅਦ ਜਿਵੇਂ ਕਿਹਾ ਜਾ ਰਿਹਾ ਹੈ ਕਿ ਉਹਦੀ ਬਲੈਕ ਫੰਗਸ ਨਾਲ ਕਿਸੇ ਦੀ ਅੱਖ ਕੱਢਣੀ ਪੈ ਰਹੀ ਹੈ, ਕਿਸੇ ਦਾ ਜਬੜਾ ਜਾ ਰਿਹਾ ਹੈ, ਕਿਆ ਇਸ ਤੋਂ ਬਾਅਦ ਉਹਨੂੰ ਬਚਾਇਆ ਜਾ ਸਕਦਾ ਹੈ ਇਹ ਦਵਾਈ ਲੱਗਣ ਤੋਂ ਬਾਅਦ? ਦੇਖੋ ਜੀ ਇਹ ਤੇ ਡਾਕਟਰਸ ਐਕਸਪਰਟ ਹੀ ਦੱਸਣਗੇ, ਅਸੀਂ ਤੇ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਦਵਾਈ ਪਹੁੰਚਾ ਦਈਏ, ਕੋਈ ਇਹ ਨਾ ਕਹੇ ਕਿ ਮੈਡੀਸਿਨ ਨਹੀਂ ਮਿਲੀ ਤੇ ਇਸ ਕਰਕੇ ਪੇਸ਼ੈਂਟ ਦੀ ਡੈਥ ਹੋ ਗਈ ਹੈ। ਬਾਕੀ ਰੱਬ ਦੇ ਹੱਥ ਹੈ ਜੀ। ਤੇ ਇਹਦੇ ਸਾਈਡ ਇਫੈਕਟ ਕੋਈ? ਜਿਹੜਾ ਤੇ ਲਾਇਓਫਿਲਾਈਜ਼ਡ ਫਾਰਮ ਹੈਗਾ ਉਹ ਨੈਫਰੋਟੌਕਸਿਕ ਹੈ, ਤੇ ਬਾਕੀ ਦੇਖੋ ਹਰ ਮੈਡੀਸਿਨ ਦੇ ਕੋਈ ਨਾ ਕੋਈ ਸਾਈਡ ਇਫੈਕਟ ਤੇ ਹੁੰਦਾ ਹੀ ਹੈ, ਬਟ ਜਿਹੜਾ ਜ਼ਿਆਦਾ ਸੁਣਨ 'ਚ ਡਾਕਟਰਸ ਨੇ ਦੱਸਿਆ ਉਹ ਲਾਇਓਫਿਲਾਈਜ਼ ਦੇ ਜਿਹੜੇ ਜ਼ਿਆਦਾ ਹੈਗੇ ਆ, ਦੂਸਰੇ ਤੇ नॉर्मल साइड इफेक्ट तो हर मेडिसिन के होंगे ही है। जोनल ड्रग अथॉरिटी करुण सचदेवा ने बताया कि शॉर्टेज तो है क्योंकि एकदम से इसकी डिमांड बढ़ गई है। पहले जो डिमांड काफ़ी कम थी, अब मरीज़ क्योंकि बढ़ रहे हैं, बाहर से भी लोग इंजेक्शन को लेकर रहे हैं। सरकार को इस बात से अवगत करवा दिया गया है कि ये इंजेक्शन जल्द से जल्द अवेलेबल करवाए जाएँ। जैसे ही कंपनियों के पास ये इंजेक्शन आएंगे तब ये अवेलेबल करवा दिए जाएंगे और किसी को ब्लैक मार्केटिंग की इसकी इजाज़त नहीं दी जाएगी। अमृतसर से D4 न्यूज़ के लिए दीपक भंडारी की खास रिपोर्ट।